ਇਹ ਪੰਜਾਬੀ ਰੇਡੀਓ USA ਹੈ। ਪਰ ਦੋਸਤੋ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਅਸੀਂ ਪੰਜਾਬ, ਖਾਸ ਤੌਰ ਤੇ ਪੰਜਾਬ ਤੇ ਬਾਕੀ ਸਾਰੇ ਭਾਰਤ ਦੇ ਰਾਜਨੀਤਿਕ ਤੇ ਸਮਾਜਿਕ ਹਾਲਾਤ ਬਾਰੇ ਆਪਣੀਆਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਅੱਜ ਵੀ ਅਸੀਂ ਪੰਜਾਬ ਹੀ ਨਹੀਂ, ਦੇਸ਼ ਭਰ 'ਚ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਇਸ ਵੇਲੇ ਬਣਿਆ ਹੋਇਆ ਤੇ ਭਾਰਤ ਦਾ ਕਿਸਾਨ ਹੜਤਾਲ ਤੇ ਗਿਆ ਹੋਇਆ ਹੈ। ਜਦੋਂ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤੇ ਅੱਜ ਤੀਸਰਾ ਦਿਨ ਸ਼ੁਰੂ ਹੋ ਗਿਆ, ਭਾਰਤ ਦਾ ਕਿਸਾਨ ਹੜਤਾਲ ਤੇ ਹੈ। ਉਹਦੇ ਤੋਂ ਚਰਚਾ ਸ਼ੁਰੂ ਕਰਾਂਗੇ। ਇਸ ਤੋਂ ਬਿਨਾਂ ਇਹਨਾਂ ਦਿਨਾਂ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ, 4 ਲੋਕ ਸਭਾ ਦੀਆਂ ਸੀਟਾਂ ਤੇ 11 ਵਿਧਾਨ ਸਭਾ ਦੀਆਂ ਸੀਟਾਂ ਦੇਸ਼ ਭਰ ਦੇ ਵਿੱਚ, ਉੱਤਰ ਤੋਂ ਲੈ ਕੇ ਪੱਛਮ ਤੱਕ। ਉਹਨਾਂ ਦੇ ਨਤੀਜੇ ਤੁਹਾਨੂੰ ਸਾਰਿਆਂ ਨੂੰ ਉਹਦੀ ਜਾਣਕਾਰੀ, ਉਹਦੇ ਤੇ ਟਿੱਪਣੀ ਕਰਾਂਗੇ। ਉਸ ਤੋਂ ਬਾਅਦ ਇੱਕ ਨਵਾਂ ਜਿਹੜਾ ਮਾਹੌਲ ਬਣ ਰਿਹਾ ਹੈ ਭਾਰਤ ਦੇ ਵਿੱਚ, ਜਿਹਨੂੰ ਵਿਰੋਧੀ ਏਕਤਾ ਦਾ ਨਾਂ ਦਿੱਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ NDA ਦੇ ਖਿਲਾਫ ਇੱਕ ਵਿਰੋਧੀ ਪਾਰਟੀਆਂ ਦੀ ਏਕਤਾ ਬਣੇਗੀ ਤੇ 2019 ਚ ਤਸਵੀਰ ਬਦਲ ਜਾਏਗੀ। ਕਿਵੇਂ ਹੋਏਗਾ ਉਹ ਸਾਰਾ ਕੁਝ, ਕੀ ਇਹਦੇ ਵੱਖਰੇ ਵੱਖਰੇ ਜਿਹੜੇ ਕਾਰਨ ਨੇ ਜਿਹਦੇ ਕਰਕੇ ਸਾਰੀ ਚਰਚਾ ਜਿਹੜੀ ਹੋ ਰਹੀ ਹੈ, ਇਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਅਖੀਰ 'ਚ ਇੱਕ ਤੁਹਾਡੇ ਨਾਲ ਅਸੀਂ ਰਿਪੋਰਟ ਜ਼ਰੂਰ ਸਾਂਝੀ ਕਰਨੀ ਹੈ ਅੱਜ, ਜਿਹਦੇ 'ਚ ਅਸੀਂ ਦੇਖਾਂਗੇ ਕਿ ਆਪਣਾ ਕਾਲਾ ਧਨ ਚਿੱਟਾ ਕਰਨ ਵਾਸਤੇ ਕੁਝ ਲੋਕ ਕਿਵੇਂ ਸਿਆਸੀ ਪਾਰਟੀਆਂ ਬਣਾਈ ਜਾਂਦੇ ਆ। ਇਸ ਅਸੀਂ ਨਹੀਂ ਕਹਿ ਰਹੇ, ਬਕਾਇਦਾ ਚੋਣ ਕਮਿਸ਼ਨ ਦੇ ਜਿਹੜੇ ਅੰਕੜੇ ਸਾਡੇ ਕੋਲ ਆਏ ਆ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਅਖੀਰ 'ਚ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਹੈ ਭਾਰਤ ਦੇ ਕਿਸਾਨ ਅੰਦੋਲਨ ਦੀ। ਇਸ ਵੇਲੇ 130 ਦੇ ਕਰੀਬ ਕਿਸਾਨ ਜਥੇਬੰਦੀਆਂ ਇਸ ਅੰਦੋਲਨ 'ਚ ਨੇ। ਇਹਨੂੰ ਕਿਸਾਨ ਹੜਤਾਲ ਦਾ ਨਾਂ ਦਿੱਤਾ ਗਿਆ, ਜਾਂ ਇਹ ਕਿਹਾ ਗਿਆ ਕਿ ਕਿਸਾਨ ਦਾ ਜਿਹੜਾ ਇੱਕ ਸੱਦਾ ਦਿੱਤਾ ਹੋਇਆ ਹੈ ਇਸ ਸਾਰੀ 130 ਜਥੇਬੰਦੀਆਂ ਦੇ ਸਾਂਝੇ ਮੰਚ ਨੇ, ਕੌਮੀ ਮੰਚ ਨੇ, ਵੀ ਪਿੰਡ ਬੰਦ ਕਰਨਾ ਹੈ। ਭਾਵ ਇਹ ਹੈ ਕਿ ਪਿੰਡ ਬੰਦ ਕਰਨਾ, ਵੀ ਪਿੰਡੋਂ ਸ਼ਹਿਰ 'ਚ ਕੋਈ ਚੀਜ਼ ਨਹੀਂ ਜਾਣੀ ਚਾਹੀਦੀ। ਤੇ ਇਹ ਤੀਜਾ ਦਿਨ ਅੱਜ ਸ਼ੁਰੂ ਹੋ ਗਿਆ ਤੇ ਕਾਫੀ ਸਾਰੇ ਦੇਸ਼ 'ਚੋਂ ਦੀਆਂ ਖਬਰਾਂ ਆ ਰਹੀਆਂ। ਵੈਸੇ ਤਾਂ 22 ਸੂਬਿਆਂ 'ਚ ਦੱਸਿਆ ਜਾ ਰਿਹਾ ਸੀ, ਪਰ ਜ਼ਿਆਦਾ ਅਸਰ ਜਿਹੜਾ ਹੈ ਉਹ 7 ਸੂਬਿਆਂ ਦੇ ਵਿੱਚ ਹੈ, ਜਿੱਥੇ ਖਾਸ ਤੌਰ ਤੇ ਗੰਨਾ ਕਿਸਾਨ ਨੇ, ਜਾਂ ਜਿੱਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਬਹੁਤੇ ਰੁਝਾਨ ਸਾਡੇ ਸਾਹਮਣੇ ਆਉਂਦੇ ਨੇ। ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਮੱਧ ਪ੍ਰਦੇਸ਼ ਖਾਸ ਤੌਰ ਦੇ ਉੱਤੇ, ਮਹਾਰਾਸ਼ਟਰ ਆ, ਆਂਧਰਾ ਪ੍ਰਦੇਸ਼ ਹੈ, ਤੇ ਫਿਰ ਆਪਣਾ ਪੰਜਾਬ ਵੀ ਉਹਦੇ ਨਾਲ ਲੱਗਦਾ ਹੈ। ਪੰਜਾਬ ਦੀਆਂ ਵੀ 6 ਕਿਸਾਨ ਜਥੇਬੰਦੀਆਂ ਇਸ ਅੰਦੋਲਨ 'ਚ ਨਾਲ ਨੇ ਤੇ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ। ਲਾਜ਼ਮੀ ਤੌਰ ਦੇ ਉੱਤੇ ਅਸਰ ਇੰਨਾ ਜ਼ਬਰਦਸਤ ਹੈ ਕਿ ਸ਼ਹਿਰਾਂ ਦੇ ਵਿੱਚ ਜਿਹੜਾ ਦੁੱਧ ਹੈ ਉਹ ਸਪਲਾਈ ਨਹੀਂ ਹੋ ਪਾ ਰਿਹਾ, ਤੇ ਨਾਲ ਸਬਜ਼ੀਆਂ ਜਿਹੜੀਆਂ ਨਹੀਂ ਜਾ ਰਹੀਆਂ, ਤੇ ਇਸ ਕਰਕੇ ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਕਾਫੀ ਦਿੱਕਤ ਦੇ ਵਿੱਚ ਵੀ ਹੈਗੇ ਆ। ਇਹਦੇ ਤੇ ਅੱਗੇ ਜਾ ਕੇ ਗੱਲ ਕਰਾਂਗੇ ਵੀ ਤੌਰ ਤਰੀਕੇ ਕਿਸੇ ਵੀ ਐਜੀਟੇਸ਼ਨ ਦੇ ਕੀ ਹੋਣੇ ਚਾਹੀਦੇ ਆ। ਪਹਿਲਾਂ ਇਹ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਿਉਂ ਕੀਤਾ, ਇਹਦੇ ਤੇ ਬਹੁਤ ਸੰਖੇਪ 'ਚ ਮੈਂ ਗੱਲ ਕਰਨੀ ਚਾਹੁੰਦਾ। ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦਾ ਪਤਾ ਹੈ, ਜਾਣਕਾਰੀ ਹੈ, ਕਿਉਂਕਿ ਅਸੀਂ ਅਕਸਰ ਕਿਸਾਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਮਹੱਤਵਪੂਰਨ ਸਵਾਲ ਕਿਸਾਨਾਂ ਦਾ ਇਹ ਹੈ ਕਿ ਸਾਡੀ ਹੋਂਦ ਕਿੱਦਾਂ ਬਚੇਗੀ, ਅਸੀਂ ਬਚਣਾ ਕਿਵੇਂ ਹੈ, ਕਿਉਂਕਿ ਸਾਨੂੰ ਖੇਤਾਂ 'ਚੋਂ ਬਾਹਰ ਕੀਤਾ ਜਾ ਰਿਹਾ। ਜਿਹੜਾ ਕਿਸਾਨ ਖੇਤਾਂ 'ਚ ਚਾਹੀਦਾ ਉਹ ਸੜਕਾਂ ਤੇ ਆਉਣ ਲਈ ਇਸ ਕਰਕੇ ਮਜਬੂਰ ਹੋਇਆ। ਉਹ ਮਜਬੂਰੀ ਇਸ ਕਰਕੇ ਬਣ ਰਹੀ ਹੈ ਵੀ ਜਿਹੜੀ ਜਿਣਸ ਹੈ ਉਹਨਾਂ ਦੀ, ਉਹ ਆਪਣੀ ਸਬਜ਼ੀਆਂ ਬੀਜਦੇ ਆ, ਕਣਕ ਬੀਜਦੇ ਆ, ਝੋਨਾ ਬੀਜਦੇ ਆ, ਜਾਂ ਕਪਾਹ ਬੀਜਦੇ ਆ, ਗੰਨਾ ਬੀਜਦੇ ਆ, ਉਹਨਾਂ ਨੂੰ ਉਹਦੀ ਵਾਜਬ ਕੀਮਤ ਨਹੀਂ ਮਿਲਦੀ, ਲਾਗਤ ਦੇ ਮੁਤਾਬਕ ਕੀਮਤ ਨਹੀਂ ਮਿਲਦੀ। ਕਿਸਾਨਾਂ ਦੀ ਮੰਗ ਹੈ, ਜਿਹੜੀਆਂ ਇਸ ਅੰਦੋਲਨ 'ਚੋਂ ਬਾਹਰ ਵੀ ਕਿਸਾਨ ਜਥੇਬੰਦੀਆਂ, ਉਹਨਾਂ ਦੀ ਵੀ ਸਾਰਿਆਂ ਦੀ ਇਹੀ ਮੰਗ ਹੈ। ਉਹ ਬਾਹਰ ਕਿਉਂ, ਬਾਅਦ 'ਚ ਆਪਾਂ ਗੱਲ ਕਰਦੇ ਹਾਂ। ਪਰ ਕਿਸਾਨਾਂ ਦੀ ਮੰਗ ਹੈ ਕਿ ਘੱਟੋ ਘੱਟ ਜਿਹੜੀ ਲਾਗਤ ਹੈ ਉਹਦਾ 1.5 ਗੁਣਾ ਤਾਂ ਦਿੱਤਾ ਜਾਏ, ਸਵਾਮੀਨਾਥਨ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਲਾਗੂ ਕੀਤੀ ਜਾਏ। ਇਸ ਤੋਂ ਬਿਨਾਂ ਜਿਹੜੀ ਕਰਜ਼ਾ ਮੁਆਫੀ ਦਾ ਮਾਮਲਾ ਬਹੁਤ ਵੱਡਾ ਹੈ ਕਿ ਕਰਜ਼ਾ ਮਾਫ ਕਰ ਦਿੱਤਾ ਜਾਏ, ਸਾਰਾ ਕਰਜ਼ਾ ਮਾਫ ਕੀਤਾ ਜਾਏ। ਕਿਸ਼ਤਾਂ 'ਚ ਕਰਜ਼ਾ ਮਾਫ ਕਰਨ ਦੀਆਂ ਬਹੁਤ ਸਾਰੀਆਂ ਸੂਬਾਈ ਸਰਕਾਰਾਂ ਗੱਲਾਂ ਕਰਦੀਆਂ, ਪਰ ਮਾਫ ਹੁੰਦਾ ਨਹੀਂ। ਫਿਰ ਗੰਨੇ ਦਾ ਬਕਾਇਆ ਜਿਹੜਾ ਸਭ ਤੋਂ ਜ਼ਿਆਦਾ ਫਸਿਆ ਹੋਇਆ, ਗੰਨੇ ਦਾ ਬਕਾਇਆ ਦਿੱਤਾ ਜਾਏ। ਗੰਨੇ ਦਾ ਪੰਜਾਬ 'ਚ ਵੀ ਬਹੁਤ ਸਾਰੀਆਂ ਮਿੱਲਾਂ ਸਾਡੇ ਗੰਨਾ ਕਿਸਾਨਾਂ ਦਾ ਬਕਾਇਆ ਹੀ ਨਹੀਂ ਮੋੜਦੀਆਂ, ਕਿੰਨੇ ਕਿੰਨੇ ਸਾਲ ਅਟਕਿਆ ਰਹਿੰਦਾ। ਹੁਣ ਕੈਰਨਾ ਜਿਹੜੀ ਲੋਕ ਸਭਾ ਦੀ ਸੀਟ ਹਾਰੀ ਹੈ BJP ਨੇ, ਉਹਦਾ ਇੱਕ ਕਾਰਨ ਇਹ ਵੀ ਹੈ, BJP ਨੇ ਉੱਥੇ ਜਿੰਨਾ ਦਾ ਨਾਂ ਪੇਸ਼ ਕੀਤਾ, ਪਾਕਿਸਤਾਨ ਦੇ ਜਿਹੜੇ ਬਾਨੀ ਹੈਗੇ ਆ ਮੁਹੰਮਦ ਅਲੀ ਜਿਨਾਹ, ਉਹਨੂੰ ਜਿੰਨਾ ਕਹਿ ਕੇ ਪੇਸ਼ ਕੀਤਾ ਗਿਆ ਕਿ ਅਲੀਗੜ੍ਹ ਯੂਨੀਵਰਸਿਟੀ 'ਚ ਜਿੰਨਾ ਦੀ ਤਸਵੀਰ ਲੱਗੀ ਹੋਈ ਹੈ, ਜਦਕਿ ਉੱਥੋਂ ਦੇ ਇਲਾਕੇ ਦੀ ਪ੍ਰੋਬਲਮ ਗੰਨਾ ਸੀ। ਉੱਥੇ ਜਿੰਨਾ ਬਨਾਮ ਗੰਨਾ ਦੀ ਲੜਾਈ ਹੋਈ ਹੈ ਤੇ ਗੰਨਾ ਉੱਥੇ ਜਿੱਤ ਗਿਆ, ਯਾਨੀ ਲੋਕ ਮੁਸ਼ਕਿਲ ਸੀ। ਸੋ ਗੰਨੇ ਦੀ ਕੀਮਤ, ਬਾਕੀ ਜਿਣਸਾਂ ਦੀ ਕੀਮਤ, ਕਰਜ਼ਾ ਮੁਆਫੀ
ਤੇ ਇਸ ਤੋਂ ਬਿਨਾਂ ਜਿਹੜਾ ਬਿਜਲੀ ਦਾ ਮਾਮਲਾ ਹੈਗਾ ਕਿ ਬਿਜਲੀ ਪੂਰੀ ਨਹੀਂ ਮਿਲਦੀ ਬਹੁਤ ਸਾਰੇ ਥਾਵਾਂ ਦੇ ਉੱਤੇ, ਕੀਟਨਾਸ਼ਕ ਤੇ ਖਾਦਾਂ ਦੀਆਂ ਕੀਮਤਾਂ ਬੇਤਹਾਸ਼ਾ ਵੱਧ ਰਹੀਆਂ, ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ। ਸੋ ਇਹ ਕੁਝ ਬੇਸਿਕ ਮੰਗਾਂ ਨੇ ਜਿਹਨਾਂ ਤੇ ਇਹ ਅੰਦੋਲਨ ਉਸਰਿਆ ਤੇ ਇਸ ਅੰਦੋਲਨ ਨੇ 10 ਦਿਨ ਦੀ ਹੜਤਾਲ ਦਾ ਸੱਦਾ ਦੇ ਕੇ ਅੱਜ ਤੀਜਾ ਦਿਨ ਹੈ ਤੇ ਆਖਰੀ ਦਿਨ 10ਵੇਂ ਦਿਨ ਸਾਰੇ ਭਾਰਤ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਹੋਇਆ, ਪਰ ਸਰਕਾਰ ਦੇ ਕੰਨ ਤੇ ਹਾਲੇ ਕੋਈ ਜੂੰ ਨਹੀਂ ਸਰਕ ਰਹੀ। ਇਸ ਅੰਦੋਲਨ ਦਾ ਇਹ ਤਰੀਕਾ ਜਾਇਜ਼ ਹੈ ਜਾਂ ਇਸ ਤਰੀਕੇ 'ਚ ਕੁਝ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਸੀ ਵੀ ਤੁਸੀਂ ਸਬਜ਼ੀਆਂ ਜਾਂ ਦੁੱਧ ਜਿਹੜਾ ਆ ਉਹ ਸ਼ਹਿਰਾਂ ਤੱਕ ਲੈ ਕੇ ਨਾ ਜਾਓ, ਜਾਂ ਉਹ ਦੁੱਧ ਨੂੰ ਡੋਲਿਆ ਜਾ ਰਿਹਾ ਬਹੁਤ ਸਾਰੇ ਥਾਵਾਂ ਦੇ ਉੱਤੇ, ਇੱਥੇ ਜਾ ਕੇ ਅੱਗੇ ਜਾ ਕੇ ਚਰਚਾ ਕਰਦੇ ਹਾਂ। ਪਰ ਕਿਸਾਨੀ ਬਾਰੇ ਇੱਕ ਗੀਤ ਤੁਸੀਂ ਜ਼ਰੂਰ ਸੁਣ ਲਓ। ਪੰਜਾਬ ਦਾ ਇੱਕ ਮੁਸਾਫਰ ਬੈਂਡ ਹੈ ਤੇ ਉਹਦਾ ਪ੍ਰਮੁੱਖ ਗਾਇਕ ਹੈਗਾ ਅਮਾਨ ਸਿੱਧੂ, ਉਹਦੀ ਆਵਾਜ਼ ਹੈ, ਉਹਨਾਂ ਦੇ ਸਾਥੀ ਹੈ। ਕਿਸਾਨਾਂ ਬਾਰੇ ਉਹ ਇੱਕ ਕਿਸਮ ਦੇ ਟੱਪੇ ਹੈ, ਤੁਸੀਂ ਸੁਣੋਗੇ ਤਾਂ ਤੁਹਾਨੂੰ ਟੋਟਲ ਸਾਡੀ ਕਿਸਾਨੀ ਦੀ ਹਾਲਤ ਦਾ ਪਤਾ ਲੱਗੇਗਾ। ਉਹਦਾ ਟੱਪਿਆਂ 'ਚ ਕੁਝ ਸਵਾਲ ਵੀ ਨੇ, ਉਹਨਾਂ ਸਵਾਲਾਂ ਨੂੰ ਅਸੀਂ ਅੱਗੇ ਜਾ ਕੇ ਇਸ ਗੀਤ ਤੋਂ ਬਾਅਦ ਤੋਰਾਂਗੇ। ਸੁਣੋ ਕਿਸਾਨ ਨਾਂ ਦਾ ਗੀਤ ਅਮਾਨ ਸਿੱਧੂ ਤੇ ਉਹਨਾਂ ਦੇ ਸਾਥੀਆਂ ਦਾ ਮੁਸਾਫਰ ਬੈਂਡ ਹੈ ਉਹਦੇ ਵੱਲੋਂ। ਸਲਾਮ ਉਹਨਾਂ ਦਰਵਾਜ਼ਿਆਂ ਨੂੰ ਜੋ ਜਿੰਦਰਿਆਂ ਦੀ ਰੁੱਤੇ ਵੀ ਮੁਸਾਫਿਰਾਂ ਲਈ ਖੁੱਲੇ ਰਹੇ। चिट्टा खा गया चिट्टा मच्छर है नरमे नू, मुंडियां नू चिट्टा खा गया चिट्टा मच्छर है नरमे नू। के गूंज दे हुण हसना किसान भुल गए, सिक्कितां च ठहाके गूंज दे हुण हसना किसान भुल गए।
खुदकुशियां ते खुदकुशी गुरम वाला सिद्धू आखदा कोई हल नहीं खुदकुशियां कोई हल नहीं खुदकुशियां। गीत तुसीं सुनिया सुखविंदर गुरम पंजाबी दा शायर है, ਉਹਦਾ ਲਿਖਿਆ ਹੋਇਆ ਸੀ ਤੇ ਅਮਾਨ ਸਿੱਧੂ ਦੀ ਆਵਾਜ਼ 'ਚ ਸੀ ਮੁਸਾਫਰ ਬੈਂਡ ਵੱਲੋਂ। ਇਸ ਗੀਤ ਦੇ ਵਿੱਚ ਵੀ ਜਿਹੜੀ ਜਿੱਥੇ ਅਸੀਂ ਗੱਲ ਛੱਡੀ ਸੀ ਉਹ ਸਵਾਲ ਇਸ ਗੀਤ ਦੇ ਵਿੱਚ ਵੀ ਹੈ। ਉਸ ਪ੍ਰਮੁੱਖ ਸਵਾਲ ਤਾਂ ਇਹੀ ਹੈ ਕਿ ਜੇ ਕਿਸਾਨਾਂ ਦੀਆਂ ਮੰਗਾਂ ਸਾਂਝੀਆਂ ਤਾਂ ਫਿਰ 15-15 ਜਥੇਬੰਦੀਆਂ ਵੱਖੋ ਵੱਖਰੀਆਂ ਕਿਉਂ ਬਣਾਈਆਂ ਹੋਈਆਂ, ਫਿਰ ਇੱਕ ਜਥੇਬੰਦੀ 'ਚ ਸਾਰਾ ਕੁਝ ਕਿਉਂ ਨਹੀਂ ਪਰੋਇਆ ਜਾਂਦਾ। ਸੋ ਇੱਕ ਸਾਂਝੇ ਸੰਘਰਸ਼ਾਂ ਦਾ ਮਾਮਲਾ ਵੀ ਹੈ, ਜਿੱਦਾਂ ਹੁਣ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਹੈਗੀਆਂ, 130 ਜਥੇਬੰਦੀਆਂ ਸਾਰੇ ਦੇਸ਼ ਦੀਆਂ, ਪਰ ਪੰਜਾਬ ਦੀਆਂ ਜਿਹੜੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਕੁਝ ਹੋਰ ਹੈਗੀਆਂ। ਇਹਦੇ 'ਚ ਰਾਜਿਆਂ ਵਾਲੀ ਜਥੇਬੰਦੀ ਹੈਗੀ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਹੈਗੀ ਆ, ਡਕੌਂਦਾ ਹੈਗੀ ਆ, ਪਰ ਜਮਹੂਰੀ ਕਿਸਾਨ ਸਭਾ ਹੈ ਨਹੀਂ, ਭਾਰਤੀ ਕਿਸਾਨ ਸਭਾ ਹੈ ਨਹੀਂ। ਉਹ ਕਿਉਂ ਨਹੀਂ ਹੈਗੇ? ਉਹਨਾਂ ਦੇ ਆਪਣੇ ਤਰਕ ਹੈ ਤੇ ਕਾਫੀ ਹੱਦ ਤੱਕ ਉਹ ਤਰਕ ਜਿਹੜੇ ਆ ਉਹ ਇਸ ਕਰਕੇ ਵੀ ਵਾਜਬ ਹੈ ਵੀ ਤੁਹਾਡੇ ਲੜਨ ਦੇ ਤਰੀਕੇ ਕਿੱਦਾਂ ਦੇ ਹੋਣੇ ਚਾਹੀਦੇ। ਮੈਂ ਵੀ ਇਹ ਕਹਿੰਦਾ ਕਿ ਤੁਹਾਡੇ ਲੜਨ ਦੇ ਤਰੀਕੇ ਕਿੱਦਾਂ ਦੇ ਹੋਣੇ ਚਾਹੀਦੇ ਆ। ਲੜਾਈ ਇਸ ਤਰ੍ਹਾਂ ਲੜੀ ਜਾਣੀ ਚਾਹੀਦੀ ਹੈ ਕਿ ਜਿਹੜਾ ਜਨ ਸਧਾਰਨ ਵਿਅਕਤੀ ਹੈ, ਜਿਹਦਾ ਤੁਹਾਡੀ ਲੜਾਈ ਨਾਲ ਕੋਈ ਸੰਬੰਧ ਨਹੀਂ, ਪਰ ਉਹ ਵੀ ਤੁਹਾਡੇ ਨਾਲ ਆ ਕੇ ਖੜਾ ਹੋ ਜਾਏ, ਉਹ ਲੜਾਈ ਜਿਹੜੀ ਆ ਕਾਮਯਾਬੀ ਤੱਕ ਜਾਂਦੀ ਹੈ। ਹੁਣ ਇਸ ਲੜਾਈ ਦੇ ਦੌਰਾਨ ਕੁਝ ਗਲਤੀਆਂ ਫਲਤੀਆਂ ਜਿਹੜੀਆਂ ਹੋ ਰਹੀਆਂ, ਦੇਖੋ ਕਿਸਾਨਾਂ ਦੀਆਂ ਮੰਗਾਂ ਦਰੁਸਤ ਹੈ, ਅਸੀਂ ਹਮਾਇਤ ਕਰਦੇ ਹਾਂ ਪੂਰੀ ਤਰ੍ਹਾਂ ਉਹਨਾਂ ਦੀ, ਪਰ ਜਿੱਦਾਂ ਦੁੱਧ ਡੋਲਿਆ ਗਿਆ ਬਹੁਤ ਸਾਰੇ ਥਾਵਾਂ ਤੇ, ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ, ਜ਼ਬਰਦਸਤੀ ਲੋਕ, ਇੱਕ ਸਧਾਰਨ ਬੰਦਾ, ਇੱਕ ਦੋ ਜਣੇ ਮੋਟਰਸਾਈਕਲ ਤੇ ਆ ਰਹੇ ਆ, ਉਹਦੇ ਛੋਟੇ ਜਿਹੇ ਡੋਲੂ ਦੇ ਵਿੱਚ ਉਹਨਾਂ ਕੋਲ ਅੱਧਾ ਕਿਲੋ ਦੁੱਧ ਹੈ, ਉਹਨਾਂ ਨੂੰ ਰੋਕ ਕੇ ਜ਼ਬਰਦਸਤੀ ਉਹਨਾਂ ਤੋਂ ਦੁੱਧ ਖੋ ਕੇ ਡੋਲ ਦੇਣਾ, ਦੁੱਧ ਦਾ ਨਿਰਾਦਰ ਕਰਨਾ। ਅੱਜ ਸਿਮਰਜੀਤ ਸਿੰਘ ਬੈਂਸ ਦਾ ਵੀ ਬਿਆਨ ਆਇਆ ਵੀ ਘੱਟੋ ਘੱਟ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਨਿਰਾਦਰ ਨਾ ਕੀਤਾ ਜਾਏ। ਅਸੀਂ ਵੀ ਇਹ ਕਹਿ ਰਹੇ ਹਾਂ ਵੀ ਘੱਟੋ ਘੱਟ ਤੁਸੀਂ ਸ਼ਹਿਰਾਂ ਨੂੰ ਸਪਲਾਈ ਨਹੀਂ ਦੇਣੀ, ਇਹ ਐਲਾਨ ਕਰ ਦਿੱਤਾ। ਹੁਣ ਸ਼ਹਿਰਾਂ 'ਚ ਕੌਣ ਲੋਕ ਰਹਿੰਦੇ ਨੇ? ਸ਼ਹਿਰਾਂ 'ਚ ਕਿਤੇ ਬਹੁਤ ਜ਼ਿਆਦਾ ਅਮੀਰ ਲੋਕ ਹੀ ਤਾਂ ਨਹੀਂ ਰਹਿੰਦੇ। ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਪੋਲੀਟੀਕਲ ਲੀਡਰ ਹੈ ਉਹ ਤਾਂ ਨਹੀਂ ਇਕੱਲੇ ਰਹਿੰਦੇ। ਸ਼ਹਿਰਾਂ ਦੇ ਵਿੱਚ 60% ਆਬਾਦੀ ਤਾਂ ਜਨ ਸਧਾਰਨ ਦੀ ਹੈ, 65% ਆਬਾਦੀ ਜਿਹੜੀ ਹੈ ਉਹ ਬਿਲਕੁਲ ਕਾਮਨ ਹੈਂਡ ਟੂ ਮਾਊਥ ਜਿਹੜੇ ਆ ਲੋਕ ਹੈ, ਉਹਨਾਂ ਦੀ ਆਬਾਦੀ ਹੈ। ਝੁੱਗੀ ਝੌਂਪੜੀਆਂ ਸ਼ਹਿਰਾਂ ਦੇ ਵਿੱਚ, ਬਹੁਤ ਗਰੀਬ ਤਬਕਾ ਉੱਥੇ ਲੇਬਰ ਚੌਕਾਂ 'ਚ ਖਾਣ ਵਾਲਾ ਤਬਕਾ ਹੈ। ਜੇ ਹੁਣ ਸ਼ਹਿਰਾਂ 'ਚ ਤੁਸੀਂ ਉਹ ਲੈ ਕੇ ਨਹੀਂ ਜਾਣੀ ਸਪਲਾਈ, ਤਾਂ ਫਿਰ ਲਾਜ਼ਮੀ ਤੌਰ ਤੇ ਉਹਨਾਂ ਦੀ ਤਕਲੀਫ ਤਾਂ ਵਧੇਗੀ। ਫਿਰ ਉਹ ਲੋਕ ਕਿੱਦਾਂ ਤੁਹਾਡੇ ਨਾਲ ਖੜ ਜਾਣਗੇ? ਜਿਨ੍ਹਾਂ ਤੋਂ ਜ਼ਬਰਦਸਤੀ ਦੁੱਧ ਖੋ ਕੇ ਤੁਸੀਂ ਡੋਲ ਦਿੱਤਾ, ਉਹ ਬੰਦਾ ਕਿੱਦਾਂ ਪਿੰਡ 'ਚ ਜਾ ਕੇ ਤੁਹਾਡੇ ਹੱਕ 'ਚ ਗੱਲ ਕਰੂਗਾ? ਸੋ ਮੈਨੂੰ ਲੱਗਦਾ ਕਿ ਇਹਦਾ ਤਰੀਕਾ ਲੱਭਿਆ ਜਾਣਾ ਚਾਹੀਦਾ ਸੀ। ਤੁਸੀਂ ਲੜਾਈ ਦੇ ਤਰੀਕੇ ਨਵੇਂ ਆਪਾਂ ਨੂੰ ਲੱਭਣੇ ਪੈਣੇ ਆ। ਮੈਨੂੰ ਯਾਦ ਨਹੀਂ, ਸ਼ਾਇਦ ਮੈਂ ਗੱਲ ਕੀਤੀ ਹੋਵੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਇੱਕ ਜਾਪਾਨ ਦੇ ਵਿੱਚ ਜਿਹੜੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਸਟ੍ਰਾਈਕ ਕੀਤੀ, ਡਰਾਈਵਰਾਂ ਨੇ ਹੜਤਾਲ ਕੀਤੀ। ਉਹਨਾਂ ਨੇ ਹੜਤਾਲ ਕਿੱਦਾਂ ਕੀਤੀ? ਹੜਤਾਲ ਦਾ ਤਰੀਕਾ ਇੰਨਾ ਸ਼ਾਨਦਾਰ ਤਰੀਕਾ ਉਹਨਾਂ ਨੇ ਕੱਢਿਆ। ਉਹਨਾਂ ਨੇ ਬੱਸਾਂ ਨਹੀਂ ਰੋਕੀਆਂ, ਉਹਨਾਂ ਨੇ ਬੱਸਾਂ ਦੀ ਸੀਗੀ ਹੜਤਾਲ, ਪਰ ਬੱਸਾਂ ਰੋਕੀਆਂ ਨਹੀਂ, ਬੱਸਾਂ ਚਲਾਈਆਂ, ਪਰ ਜਿਹੜੇ ਮੁਸਾਫਰ ਚੜੇ ਬੱਸਾਂ ਦੇ ਵਿੱਚ, ਸਵਾਰੀਆਂ ਜਿਹੜੀਆਂ ਆਈਆਂ, ਉਹਨਾਂ ਤੋਂ 1 ਰੁਪਈਆ ਵੀ ਨਹੀਂ ਲਿਆ। ਯਾਨੀ ਉਹਨਾਂ ਨੇ ਸਵਾਰੀਆਂ ਨੂੰ ਤਕਲੀਫ ਨਹੀਂ ਹੋਣ ਦਿੱਤੀ, ਮੁਸਾਫਰਾਂ ਨੂੰ ਚੜਾਇਆ, ਉਹਨਾਂ ਤੋਂ ਪੈਸੇ ਨਹੀਂ ਲਏ। ਨੁਕਸਾਨ ਕਿਹਦਾ ਹੈ? ਸਰਕਾਰ ਦਾ। ਸਰਕਾਰ ਤੇ ਦਬਾਅ ਪਿਆ ਸਿੱਧੇ ਤੌਰ ਦੇ ਉੱਤੇ, ਕਿਉਂਕਿ ਸਰਕਾਰੀ ਬੱਸਾਂ ਸੀਗੀਆਂ। ਇਸ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਦੀ ਸਹੂਲਤ ਵੀ ਜਾਰੀ ਰੱਖੀ, ਪਰ ਲੋਕਾਂ ਨੂੰ ਤਕਲੀਫ ਵੀ ਨਹੀਂ ਹੋਣ ਦਿੱਤੀ, ਪਰ ਸਰਕਾਰ ਨੂੰ ਵੀ ਇੱਕ ਮੈਸੇਜ ਕਨਵੇ ਕਰਤਾ। ਹੁਣ ਇੱਥੇ ਸਰਕਾਰ, ਸਾਡੀ ਭਾਰਤ ਸਰਕਾਰ ਦੇ ਕੰਨਾਂ ਤੇ ਜੂ ਕਿਉਂ ਨਹੀਂ ਰੇਂਗ ਰਹੀ? ਕਿਉਂਕਿ ਭਾਰਤ ਸਰਕਾਰ ਨੂੰ ਪਤਾ ਵੀ ਇੱਦਾਂ ਦੇ ਅੰਦੋਲਨ ਜਿਹੜੇ ਆ ਪਾਟੋ ਧਾੜ ਦਾ ਸ਼ਿਕਾਰ ਹੋ ਜਾਂਦੇ ਆ। ਇਹਨੂੰ ਇੱਦਾਂ ਪ੍ਰਚਾਰ ਦਿੱਤਾ ਜਾਏਗਾ ਸਰਕਾਰ ਵੱਲੋਂ ਕਿ ਇਹ ਤਾਂ ਐਂਟੀ ਸੋਸ਼ਲ ਲੋਕ ਨੇ, ਜਿਹੜੇ ਲੋਕਾਂ ਦੇ ਖਿਲਾਫ ਜਿਹੜਾ ਸਾਰਾ ਕੁਝ ਕਰੀ ਜਾ ਰਹੇ ਨੇ। ਸੋ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇੱਕ ਤਰੀਕਾ ਇਹ ਸੀ ਕਿ ਸ਼ਹਿਰਾਂ ਨੂੰ ਸਪਲਾਈ ਤਾਂ ਦਿੰਦੇ, ਉੱਥੇ ਸਪਲਾਈ ਨਾ ਦਿੰਦੇ ਜਿਹਨਾਂ ਵੱਡੇ ਦੁਕਾਨਦਾਰਾਂ ਨੂੰ ਜਾਂ ਸਬਜ਼ੀ ਮੰਡੀ 'ਚ ਜਿਹੜੀ ਸਪਲਾਈ ਦਿੰਦੇ ਸੀ, ਉੱਥੇ ਦੇਣ ਦੀ ਥਾਂ ਦੇ ਉੱਤੇ ਸਗੋਂ ਜਿਹੜੇ ਗਰੀਬ ਇਲਾਕੇ ਆ, ਝੁੱਗੀਆਂ ਝੋਪੜੀਆਂ, ਕਲੋਨੀਆਂ ਆ, ਜਿਹੜੇ ਸ਼ਹਿਰਾਂ ਦੇ ਵਿੱਚ ਮੁਹੱਲੇ ਆ, ਉਹਨਾਂ 'ਚ ਜਾਂਦੇ, ਆਪਣੇ ਵਹੀਕਲ ਲੈ ਕੇ ਜਾਂਦੇ, ਟਰਾਲੀ ਲੈ ਜਾਂਦੇ, ਗੱਡਾ ਲੈ ਜਾਂਦੇ, ਰੇਹੜਾ ਲੈ ਜਾਂਦੇ ਆਪਣਾ, ਉੱਥੇ ਸਬਜ਼ੀਆਂ ਵੀ ਰੱਖਦੇ, ਦੁੱਧ ਵੀ ਰੱਖਦੇ, ਤੇ ਉੱਥੇ ਲੋਕ ਆ ਕੇ ਖਰੀਦਦੇ ਤੇ ਆਪਣੀ ਕੀਮਤ ਤੇ ਵੇਚਦੇ। ਸਗੋਂ ਦੁਕਾਨਦਾਰਾਂ ਨਾਲੋਂ ਘੱਟ ਕੀਮਤ ਤੇ ਫਿਰ ਵੀ ਇਹਨਾਂ ਨੇ ਵੇਚਣਾ ਸੀ, ਤੇ ਲੋਕਾਂ ਨੂੰ ਤਾਂ ਚੰਗਾ ਮਿਲਣਾ ਸੀ। ਇੱਕ ਤਾਂ ਬਿਲਕੁਲ ਜਿਹੜੀ ਮਾਰਕੀਟ ਦੀ ਕੀਮਤ ਤੋਂ ਘੱਟ ਮਿਲਣਾ ਸੀ ਲੋਕਾਂ ਨੂੰ। ਦੂਜਾ ਇਹ ਹੈ ਕਿ ਕਿਸਾਨ ਦੀ ਜੇਬ 'ਚ ਵੀ ਪੈਸੇ ਪੈਣੇ ਸੀ। ਹੁਣ ਕਿਹਦੀ ਜੇਬ 'ਚ ਪੈਸੇ ਜਾ ਰਹੇ? ਕਿਸੇ ਦੀ ਜੇਬ 'ਚ ਵੀ ਨਹੀਂ। ਦੁੱਧ ਡੋਲਿਆ ਜਾ ਰਿਹਾ ਤੇ ਸਬਜ਼ੀਆਂ ਜਿਹੜੀਆਂ ਸੜਕਾਂ ਤੇ ਖਿਲਾਰੀਆਂ ਜਾ ਰਹੀਆਂ। ਸੋ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਇਹਦੇ ਤੌਰ ਤਰੀਕੇ ਇਸ ਲੜਾਈ ਦੇ ਬਦਲੇ ਜਾਣ। ਇਸੇ ਕਰਕੇ ਕੁਝ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦੇ ਵਿੱਚੋਂ ਬਾਹਰ ਵੀ ਹੈ। ਸੋ ਇੱਕ ਸਾਂਝਾ ਅੰਦੋਲਨ ਚਲਾਉਣ ਵਾਸਤੇ ਜ਼ਰੂਰੀ ਹੁੰਦਾ ਕਿ ਤੁਹਾਡੀ ਸਮਝਦਾਰੀ ਵੀ ਜਿਹੜੀ ਆ ਸਾਂਝੇ ਤੌਰ ਦੇ ਉੱਤੇ ਕਾਮਨ ਮੀਨਿੰਗ ਪ੍ਰੋਗਰਾਮ ਦੇ ਆਲੇ ਦੁਆਲੇ ਉਸਰੇ। ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਹੈ ਉਹਨਾਂ ਦੀ ਹਮਾਇਤ ਵਿੱਚ ਹੈ, ਹਮੇਸ਼ਾ ਹੀ
पर सिर्फ थोड़ा बहुत फर्क साडा ये रहिंदा है कि असीं लड़न दे तौर तरीक़िਆਂ बारे थोड़ी वखरी राय रखते हैं। हाले भी आने वाले समय दे विच, क्योंकि देश दे विच किसान दी हालत बहुत बुरी है, किसान नूं खेत चों बाहर कढिया जा रहा। भारत दी जिहड़ी आर्थिकता दी रीढ़ किसानी है, खेती है, पर खेती नूं बिल्कुल तबाह करके ਤੇ किसान ਨੂੰ खेत चों बाहर कढ के ਵੱਡੇ ਉਦਯੋਗਪਤੀਆਂ ਨੂੰ ਜ਼ਮੀਨਾਂ ਦੇਣ ਦੀ ਤਿਆਰੀ ਹੈ। ਆਰਥਿਕ ਜ਼ੋਨ ਬਣਾਏ ਜਾ ਰਹੇ ਨੇ। ਵੱਡੇ ਪੂੰਜੀਪਤੀਆਂ ਨੂੰ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹ ਕੌਡੀਆਂ ਦੇ ਭਾਅ ਦੇਣ ਦੀਆਂ ਪੂਰੀਆਂ ਸਕੀਮਾਂ ਘੱਲ ਲਈਆਂ ਗਈਆਂ ਨੇ। ਸੋ ਸਾਡੀ ਖੇਤੀ ਨੀਤੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਕਿਸਾਨ ਮਾਰੂ ਹੈਗੀ ਹੈ। ਉਹਨੂੰ ਬਦਲਣ ਵਾਸਤੇ ਸਾਂਝੇ ਸੰਘਰਸ਼ਾਂ ਦੀ ਜ਼ਰੂਰਤ ਤਾਂ ਹੈ, ਪਰ ਸਾਂਝੇ ਸੰਘਰਸ਼ ਕਰਦਿਆਂ ਤੌਰ ਤਰੀਕੇ ਜਿਹੜੇ ਆ ਨਵੇਂ ਬਦਲੇ ਹੋਏ ਸਮੇਂ ਦੇ ਵਿੱਚ ਨਵੇਂ ਤੌਰ ਤਰੀਕੇ ਵੀ ਸਿੱਖਣ ਦੀ ਜ਼ਰੂਰਤ ਹੈ। ਹੁਣ ਆਪਾਂ ਚੱਲਦੇ ਹਾਂ ਬਿਲਕੁਲ ਤਾਜ਼ਾ ਜਿਹੜੀ ਜ਼ਿਮਨੀ ਚੋਣਾਂ ਹੋ ਕੇ ਹਟੀਆਂ। ਭਾਰਤ ਦੇ 4 ਲੋਕ ਸਭਾ ਹਲਕੇ ਤੇ 11 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਪਈਆਂ ਸੀਗੀਆਂ ਤੇ 28 ਤਰੀਕ ਨੂੰ ਤੇ 31 ਮਈ ਨੂੰ ਉਹਦੇ ਨਤੀਜੇ ਆਏ ਨੇ। ਨਤੀਜੇ ਜਿਸ ਕਿਸਮ ਦੇ ਆਏ ਨੇ ਉਹ ਇਹ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਮੀਡੀਆ ਜਿਹੜਾ ਜਿਵੇਂ ਪ੍ਰਚਾਰ ਕਰ ਰਿਹਾ ਨਰਿੰਦਰ ਮੋਦੀ ਹੋਰਾਂ ਨੂੰ ਅੱਗੇ ਲਾ ਕੇ ਕਿ ਨਰਿੰਦਰ ਮੋਦੀ ਹੀ 2019 ਦੇ ਵਿੱਚ ਪ੍ਰਧਾਨ ਮੰਤਰੀ ਬਣਨਗੇ ਫਿਰ ਤੋਂ, ਤੇ ਨਰਿੰਦਰ ਮੋਦੀ ਹੀ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਤੇ ਨਰਿੰਦਰ ਮੋਦੀ ਦਾ ਕੋਈ ਮੁਕਾਬਲਾ ਨਹੀਂ ਹੈ। ਠੀਕ ਹੈ, ਇੱਕ ਆਗੂ ਦੇ ਤੌਰ ਦੇ ਉੱਤੇ, ਇੱਕ ਪੋਲੀਟੀਕਲ ਲੀਡਰ ਦੇ ਤੌਰ ਦੇ ਉੱਤੇ ਲੱਗਦਾ ਇਹ ਹੈ, ਮੀਡੀਆ ਨੇ ਜਿੱਦਾਂ ਬਣਾ ਦਿੱਤਾ ਸਾਰਾ ਸੀਨ ਵੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਵਾਸਤੇ ਵਿਰੋਧੀ ਧਿਰ ਦੇ ਕੋਲ ਕੋਈ ਲੀਡਰ ਨਹੀਂ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਨੂੰ ਵੱਖ-ਵੱਖ ਖੇਤਰੀ ਪਾਰਟੀਆਂ ਕਿੱਦਾਂ ਪ੍ਰਵਾਨ ਕਰਨਗੀਆਂ, ਇਹ ਸਵਾਲ ਬਾਰ-ਬਾਰ ਉੱਠਦਾ ਹੈ। ਪਰ ਜਿਹੜੇ ਨਤੀਜੇ ਆਏ ਹੈ, ਨਤੀਜਿਆਂ ਨੇ ਇਹ ਪ੍ਰਮਾਣਿਤ ਕਰ ਦਿੱਤਾ ਹੈ ਕਿ ਜਿੱਥੇ ਵੀ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਸਾਂਝਾ ਫਰੰਟ ਬਣਾ ਕੇ ਲੜਨਗੀਆਂ ਨਰਿੰਦਰ ਮੋਦੀ ਜਾਂ ਐਨਡੀਏ ਦੇ ਖਿਲਾਫ, ਉੱਥੇ ਨਤੀਜੇ ਵਿਰੋਧੀ ਪਾਰਟੀਆਂ ਦੇ ਹੱਕ 'ਚ ਆਉਣਗੇ। ਜਿੰਨੀਆਂ ਵੀ 4 ਸਾਲਾਂ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ, ਲੋਕ ਸਭਾ ਦੀਆਂ ਜਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਮੈਂ ਗੱਲ ਕਰ ਰਿਹਾ, ਬਾਈ ਇਲੈਕਸ਼ਨ, ਉੱਥੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਬੁਰੀ ਤਰ੍ਹਾਂ ਮਾਰ ਖਾਧੀ ਹੈ। ਦੂਜੀ ਗੱਲ ਹੈ ਕਿ ਜਿਹੜੇ ਇਹ ਨਤੀਜੇ ਆਏ, ਇਹਨਾਂ ਨਤੀਜਿਆਂ ਦੇ ਵਿੱਚ ਸਭ ਤੋਂ ਇੰਪਾਰਟੈਂਟ ਜਿਹੜਾ ਨਤੀਜਾ ਆਇਆ ਉੱਤਰ ਪ੍ਰਦੇਸ਼ ਤੋਂ, 2 ਨਤੀਜੇ, ਇੱਕ ਵਿਧਾਨ ਸਭਾ ਤੇ ਇੱਕ ਲੋਕ ਸਭਾ ਦਾ, ਉਹ ਨਤੀਜੇ ਉਸ ਉੱਤਰ ਪ੍ਰਦੇਸ਼ ਤੋਂ ਆਏ ਨੇ ਜਿੱਥੇ ਹਾਲੇ 2014 ਦੀ ਤਾਂ ਗੱਲ ਛੱਡ, 2014 'ਚ 73 ਸੀਟਾਂ ਲੋਕ ਸਭਾ ਦੀ ਜਿੱਤੀਆਂ ਭਾਰਤੀ ਜਨਤਾ ਪਾਰਟੀ ਨੇ 80 ਦੇ ਵਿੱਚੋਂ। ਜਿਹੜਾ ਪਿਛਲੇ ਸਾਲ ਹੀ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ, ਉੱਥੇ 313 ਸੀਟਾਂ ਜਿੱਤ ਕੇ ਯਾਨੀ ਪ੍ਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਈ ਯੋਗੀ ਆਦਿੱਤਿਆਨਾਥ ਦੀ। ਪਰ ਜਿਹੜਾ ਕੈਰਨਾ ਲੋਕ ਸਭਾ ਸੀਟ ਦੇ ਉੱਤੇ ਜਿਸ ਕਿਸਮ ਦਾ ਨਤੀਜਾ ਆਇਆ, ਜਿਹਦਾ ਜ਼ਿਕਰ ਅਸੀਂ ਕਿਸਾਨਾਂ ਦੀ ਗੱਲ ਕਰਦਿਆਂ ਵੀ ਕੀਤਾ ਕਿ ਉੱਥੇ ਜਿੰਨਾ ਵਰਸਸ ਗੰਨਾ ਇੱਕ ਮੁੱਦਾ ਬਣ ਗਿਆ ਤੇ ਗੰਨਾ ਉੱਥੇ ਜਿੱਤ ਗਿਆ। ਤੇ ਉੱਥੇ RLD ਦਾ, ਰਾਸ਼ਟਰੀ ਲੋਕ ਦਲ ਦਾ ਉਮੀਦਵਾਰ ਤਬਸਮ ਜਿਹੜੀ ਜਿੱਤੀ ਆ ਉੱਥੋਂ, ਤੇ ਉਹਨੂੰ ਸਪੋਰਟ ਸੀ ਸਮਾਜਵਾਦੀ ਪਾਰਟੀ ਦੀ, ਬਹੁਜਨ ਸਮਾਜ ਪਾਰਟੀ ਦੀ ਵੀ, ਕਾਂਗਰਸ ਦੀ ਵੀ, ਤੇ ਉਹ ਜਿਹਨੇ ਮਾਰਜਨ ਨਾਲ ਉਹ ਜਿੱਤੀ ਹੈ। ਤੇ ਯੂਪੀ 'ਚ ਜਿੱਤੀ ਹੈ, ਯੂਪੀ ਦੀ ਕੈਰਨਾ ਲੋਕ ਸਭਾ ਸੀਟ ਤੋਂ ਜਿੱਤੀ ਹੈ। ਤੇ ਇੱਕ ਪਾਰਟੀ ਜਿਹੜੀ ਸਮਾਜਵਾਦੀ ਪਾਰਟੀ, ਉਹਨੇ ਵਿਧਾਨ ਸਭਾ ਦੀ ਇੱਕ ਸੀਟ ਜਿੱਤੀ ਹੈ। ਇਹ ਉਹ ਉੱਤਰ ਪ੍ਰਦੇਸ਼ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਇੰਨੀ ਜ਼ਿਆਦਾ ਹਵਾ ਰਹੀ 1 ਸਾਲ ਪਹਿਲਾਂ ਤੱਕ ਵੀ ਉਹਨੂੰ ਹਰਾਉਣਾ ਕਿਸੇ ਵੀ ਕੀਮਤ ਦੇ ਉੱਤੇ ਲੱਗਦਾ ਨਹੀਂ ਸੀ ਹਰਾਇਆ ਜਾ ਸਕੇ। ਪਰ ਵਿਰੋਧੀ ਧਿਰਾਂ ਦੀ ਏਕਤਾ ਨੇ ਉੱਥੇ ਵੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਯੋਗੀ ਆਦਿੱਤਿਆਨਾਥ ਨੂੰ ਇੱਕ ਵਾਰ ਨਹੀਂ 3 ਵਾਰ ਮਾਤ ਦਿੱਤੀ ਹੈ। ਪਹਿਲਾਂ ਵੀ ਗੋਰਖਪੁਰ ਤੇ ਫੂਲਪੁਰ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਰਹੀਆਂ, ਜਿੱਥੇ ਥੋੜੇ ਮਹੀਨੇ ਪਹਿਲਾਂ ਚੋਣਾਂ ਹੋਈਆਂ, ਉਹ ਸੀਟਾਂ ਵੀ ਉੱਥੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹਲਕਾ ਪੈਂਦਾ, ਇੱਕ ਹਲਕਾ ਪੈਂਦਾ ਉੱਥੇ ਡਿਪਟੀ CM ਦਾ, ਉਹ ਸੀਟਾਂ ਵੀ ਹਾਰੀ ਭਾਰਤੀ ਜਨਤਾ ਪਾਰਟੀ। ਸਿਰਫ ਇੱਕ ਮਹਾਰਾਸ਼ਟਰ ਦੀ ਸੀਟ ਐਤਕੀ ਜਿੱਤੀ ਹੈ ਪਾਲਘਰ, ਉਹ ਵੀ ਆਪਣੇ ਹੀ ਅਲਾਈ ਤੋਂ ਜਿੱਤੀ ਆ, ਸ਼ਿਵ ਸੈਨਾ ਤੋਂ। ਸ਼ਿਵ ਸੈਨਾ ਵੀ ਉੱਥੇ ਨਾਰਾਜ਼ ਹੈ। ਤੇ ਉੱਥੇ ਮਹਾਰਾਸ਼ਟਰ ਦੀ ਦੂਜੀ ਸੀਟ ਜਿਹੜੀ ਹੈ ਕਾਂਗਰਸ ਪਾਰਟੀ, ਆਪਣੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਜਿੱਤੀ ਹੈ। ਸੋ ਕੁੱਲ ਮਿਲਾ ਕੇ 4 ਲੋਕ ਸਭਾ ਤੇ 11 ਵਿਧਾਨ ਸਭਾ ਦੇ ਵਿੱਚੋਂ ਸਿਰਫ 1 ਲੋਕ ਸਭਾ ਤੇ 1 ਵਿਧਾਨ ਸਭਾ ਦੀ ਸੀਟ ਜਿੱਤ ਸਕੀ ਹੈ ਭਾਰਤੀ ਜਨਤਾ ਪਾਰਟੀ, ਜਿਹਨੇ ਇਹ ਪ੍ਰਮਾਣਿਤ ਕਰ ਦਿੱਤਾ ਹੈ ਕਿ ਜੇ ਵਿਰੋਧੀ ਧਿਰਾਂ ਨੇ ਸੱਚਮੁੱਚ ਏਕਤਾ ਕਰ ਲਈ ਚੋਣਾਂ 'ਚ 2019 ਦੇ ਵਿੱਚ, ਤਾਂ ਉਹ ਏਕਤਾ ਭਾਰਤੀ ਜਨਤਾ ਪਾਰਟੀ ਤੇ ਭਾਰੀ ਪੈ ਸਕਦੀ ਹੈ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਤੇ ਬਿਹਾਰ 'ਚ। ਬਿਹਾਰ ਦੇ ਵਿੱਚ ਵੀ ਇੱਕ ਸੀਟ ਜਿਹੜੀ ਹੈ ਜਨਤਾ ਦਲ ਯੂਨਾਈਟਿਡ ਤੋਂ ਖੋਹ ਲਈ ਰਾਸ਼ਟਰੀ ਜਨਤਾ ਦਲ ਨੇ, ਜਦਕਿ ਲਾਲੂ ਪ੍ਰਸਾਦ ਯਾਦਵ ਜੇਲ੍ਹ ਦੇ ਵਿੱਚ ਹੈ। ਉਹਨਾਂ ਦਾ ਬੇਟਾ ਤੇਜਸਵੀ ਯਾਦਵ ਜਿਹੜਾ ਹੈ ਉਹ ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ। ਸਵਾਲ ਇਹ ਹੈ ਵੀ ਵਿਰੋਧੀ ਧਿਰਾਂ ਦੀ ਏਕਤਾ ਜਿਹੜੀ ਹੈ ਉਹ ਹਰਾ ਤਾਂ ਦੇਗੀ ਭਾਰਤੀ ਜਨਤਾ ਪਾਰਟੀ ਨੂੰ 2019 ਦੇ ਵਿੱਚ, ਜੇ ਉਹ ਸੱਚਮੁੱਚ ਦੀ ਏਕਤਾ ਹੋ ਗਈ ਕਾਮਨ ਮਿਨੀਮਮ ਪ੍ਰੋਗਰਾਮ ਤੇ। ਪਰ ਉਸ ਤੋਂ ਵੱਡਾ ਸਵਾਲ ਇਹ ਹੈ ਕਿ ਵਿਰੋਧੀ ਧਿਰ ਦੀ ਏਕਤਾ ਦਾ ਫਾਰਮੂਲਾ ਕੀ ਹੋਏਗਾ। ਇਸੇ ਗੱਲ ਤੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਇਹ ਵਿਰੋਧੀ ਧਿਰ ਜਿਹੜੀ ਹੈਗੀ, ਇਹਦੇ 'ਚ ਖੇਤਰੀ ਪਾਰਟੀਆਂ
ਜਾਂ ਕਾਂਗਰਸ ਪਾਰਟੀ ਹੈ, ਇਹਨਾਂ ਦਾ ਆਪਸੀ ਤਾਲਮੇਲ ਸਹੀ ਤਰੀਕੇ ਨਾਲ ਨਹੀਂ ਬੈਠਣਾ। ਜੇ ਚੋਣਾਂ 'ਚ ਬੈਠ ਗਿਆ, ਚੋਣਾਂ ਜਿੱਤ ਵੀ ਲਈਆਂ, ਚੋਣਾਂ ਜਿੱਤਣ ਤੋਂ ਬਾਅਦ ਫਿਰ ਇਸ ਗੱਲ ਦੀ ਲੜਾਈ ਸ਼ੁਰੂ ਹੋ ਜਾਣੀ ਹੈ ਕਿ ਪ੍ਰਧਾਨ ਮੰਤਰੀ ਕੌਣ ਬਣੇ। ਪ੍ਰਧਾਨ ਮੰਤਰੀ ਕਾਂਗਰਸ ਦਾ ਹੋਵੇ ਜਾਂ ਖੇਤਰੀ ਪਾਰਟੀਆਂ ਦੇ ਵੀ ਸਾਰੇ ਲੀਡਰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕਰਦੇ ਆ। ਮਾਇਆਵਤੀ ਦੀਆਂ ਆਪਣੀਆਂ ਇੱਛਾਵਾਂ ਨੇ ਕੁਝ, ਮਮਤਾ ਬੈਨਰਜੀ ਉੱਤੇ ਇੱਕ ਫੈਡਰਲ ਪਲੇਟਫਾਰਮ ਦੀ ਗੱਲ ਕਰ ਰਹੀ ਹੈ ਕਿ ਖੇਤਰੀ ਪਾਰਟੀਆਂ ਦਾ ਅਸੀਂ ਇੱਕ ਫੈਡਰਲ ਮੋਰਚਾ ਵੱਖਰਾ ਬਣਾਵਾਂਗੇ। ਮਮਤਾ ਬੈਨਰਜੀ ਦੀ ਆਪਣੀ ਇੱਕ ਇੱਛਾ ਹੈਗੀ ਆ ਕਿ ਉਹ ਵੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ। ਤੇ ਏਦਾਂ ਹੀ ਹੁਣੇ ਕਰਨਾਟਕਾ ਦੇ ਵਿੱਚ ਜੋ ਕੁਝ ਹੋਇਆ, ਕਰਨਾਟਕਾ ਦੇ ਵਿੱਚ ਜਿਵੇਂ ਕਾਂਗਰਸ ਪਾਰਟੀ ਵੱਡੀ ਸੀ, ਉਹਦੇ ਬਾਵਜੂਦ ਵੀ 38 ਸੀਟਾਂ ਵਾਲੀ ਜਨਤਾ ਦਲ ਸੈਕੂਲਰ ਨੂੰ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਦਿੱਤੀ। ਤੇ ਉਧਰ ਵੀ ਗੱਲ ਨਿਕਲਣ ਲੱਗ ਪਈ ਵੀ ਹਾਂ ਜੀ HD ਦੇਵਗੌੜਾ ਜਿਹੜੇ ਪਹਿਲਾਂ ਵੀ ਪ੍ਰਧਾਨ ਮੰਤਰੀ ਰਹੇ ਆ, ਉਹ ਵੀ ਵਾਪਸ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਪੇਸ਼ ਹੋ ਸਕਦੇ ਆ। ਚੰਦਰਬਾਬੂ ਨਾਇਡੂ ਵੀ ਇਹਨਾਂ ਦੇ ਮੋਰਚੇ 'ਚ ਆ ਸਕਦੇ ਆ ਕਿਉਂਕਿ ਉਹ NDA ਦਾ ਮੋਰਚਾ ਛੱਡ ਚੁੱਕੇ ਆ। ਸੋ ਦੋਨੋਂ ਧਿਰਾਂ ਜਿਹੜੀਆਂ ਹੈ ਇਸ ਵੇਲੇ ਮੁਸ਼ਕਲ ਹਾਲਾਤ ਵਿੱਚੋਂ ਲੰਘ ਰਹੀਆਂ। ਜਿਹੜੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ 'ਚ ਜਿਹੜਾ NDA ਹੈ, ਉਹਦੇ ਕੋਲ 19 ਪਾਰਟੀਆਂ, ਉਹਨਾਂ ਦੀਆਂ ਆਪੋ ਆਪਣੀਆਂ ਜਿਹੜੀਆਂ ਤਰਜੀਹਾਂ ਹੋ ਸਕਦੀਆਂ, ਤੇ ਭਾਰਤੀ ਜਨਤਾ ਪਾਰਟੀ ਵਾਸਤੇ ਵੀ ਔਖਾ ਹੋਏਗਾ। ਪਰ ਜਿੰਨੀ ਦੇਰ ਤੱਕ UP ਤੇ ਬਿਹਾਰ ਨਹੀਂ ਜਿੱਤਦੀ ਭਾਰਤੀ ਜਨਤਾ ਪਾਰਟੀ, ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਦੁਬਾਰਾ ਨਰਿੰਦਰ ਮੋਦੀ ਨਹੀਂ ਪਹੁੰਚ ਸਕਦੇ। ਤੇ ਇਸ ਕਰਕੇ ਜਿਹੜੀ ਵਿਰੋਧੀ ਧਿਰ ਦੀ ਏਕਤਾ ਦਾ ਫਾਰਮੂਲਾ ਕੀ ਹੋਏਗਾ, ਇਹ ਏਕਤਾ ਬਣੇਗੀ ਕਿਵੇਂ, ਇਹਨਾਂ ਦੀਆਂ ਜਿਹੜੀਆਂ ਆਪੋ ਆਪਣੀਆਂ ਇੱਛਾਵਾਂ ਨੇ ਉਹ ਕਿੱਦਾਂ ਪੂਰੀਆਂ ਹੋਣਗੀਆਂ, ਕਿਹੜੀ ਪਾਰਟੀ ਜ਼ਿਆਦਾ ਕੁਰਬਾਨੀ ਕਰੇਗੀ। ਕਾਂਗਰਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਕੁਰਬਾਨੀ ਕਰਨੀ ਪਏਗੀ, ਸ਼ਾਇਦ ਉਹਨਾਂ ਨੂੰ ਆਪਣਾ ਕੈਂਡੀਡੇਟ ਹਾਲੇ ਬਿਠਾਉਣਾ ਪਵੇ, ਯਾਨੀ ਬਿਠਾਉਣ ਤੋਂ ਮਤਲਬ ਹੈ ਹਾਲੇ ਉਹ ਪੇਸ਼ ਨਹੀਂ ਕਰਨਗੇ ਚੋਣਾਂ ਤੋਂ ਪਹਿਲਾਂ। ਚੋਣਾਂ ਤੋਂ ਬਾਅਦ ਕਿਹਾ ਜਾਏਗਾ ਕਿ ਚੋਣਾਂ ਤੋਂ ਬਾਅਦ ਜਿਹੜੀਆਂ ਪਾਰਟੀਆਂ ਜਿਹੜੀਆਂ ਜਿੱਤੀਆਂ ਰਲ ਕੇ, ਤੇ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਉਹਦਾ ਪ੍ਰਧਾਨ ਮੰਤਰੀ ਕੋਈ ਹੋ ਸਕਦਾ ਹੈ। ਇੱਦਾਂ ਦਾ ਫਾਰਮੂਲਾ ਕੋਈ ਕੱਢਿਆ ਜਾ ਸਕਦਾ ਹੈ। ਪਰ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਜ਼ਿਮਨੀ ਚੋਣਾਂ ਤੋਂ ਬਾਅਦ ਹੱਥਾਂ ਪੈਰਾਂ ਦੀ ਜ਼ਰੂਰ ਪੈ ਗਈ ਹੈ, ਕਿਉਂਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦਾ ਜਿਹੜਾ ਚਮਤਕਾਰ ਸੀ, ਜਿਹਨੂੰ ਮੋਦੀ ਵੇਵ ਕਿਹਾ ਜਾ ਰਿਹਾ ਸੀ ਜਾਂ ਅਮਿਤ ਸ਼ਾਹ ਤੇ ਦੀ ਮੈਨੇਜਮੈਂਟ ਕਿਹਾ ਜਾ ਰਿਹਾ ਸੀ, ਉਹ ਕਾਫੀ ਹੱਦ ਤੱਕ ਫਿੱਕਾ ਪੈਂਦਾ ਜਾ ਰਿਹਾ ਹੈ। ਗੁਜਰਾਤ ਤੋਂ ਇਹ ਕਹਾਣੀ ਸ਼ੁਰੂ ਹੋਈ ਸੀ। ਗੁਜਰਾਤ 'ਚ ਬੜੀ ਮੁਸ਼ਕਲ ਨਾਲ ਭਾਰਤੀ ਜਨਤਾ ਪਾਰਟੀ ਆਪਣੀ ਸਾਖ ਬਚਾ ਸਕੀ ਹੈ। ਇਹ ਕਹਾਣੀ ਫਿਰ ਕਰਨਾਟਕਾ ਦੇ ਵਿੱਚ ਦੁਹਰਾ ਦਿੱਤੀ ਗਈ। ਕਰਨਾਟਕਾ 'ਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ 'ਚ ਨਹੀਂ ਆਉਣ ਦਿੱਤਾ ਗਿਆ। ਸੋ ਇਹਨਾਂ ਦਿਨਾਂ 'ਚ ਕਾਂਗਰਸ ਪਾਰਟੀ ਤੇ ਬਾਕੀ ਪਾਰਟੀਆਂ ਵੀ, ਖੇਤਰੀ ਪਾਰਟੀਆਂ ਵੀ ਇਸ ਗੱਲ ਤੇ ਬਜ਼ਿੱਦ ਨੇ ਕਿ ਕਿਸੇ ਵੀ ਕੀਮਤ ਤੇ ਭਾਰਤੀ ਜਨਤਾ ਪਾਰਟੀ ਨੂੰ ਜਾਂ ਨਰਿੰਦਰ ਮੋਦੀ ਨੂੰ ਰੋਕਣਾ ਆ, ਤੇ ਉਹ ਰੋਕਣ ਦੀ ਵਿਧੀ ਕੀ ਹੋਏਗੀ, ਇਹ ਉਹਨਾਂ ਦੇ ਸਾਹਮਣੇ ਵੀ ਵੱਡਾ ਸਵਾਲ ਹੈ। ਸੋ ਇਹਦੇ ਨਾਲ ਇਹ ਵੀ ਗੱਲਾਂ ਹੁਣ ਉੱਠਣ ਲੱਗ ਪਈਆਂ। ਅਗਲੀ ਗੱਲ ਵੀ ਇਹਦੇ ਨਾਲ ਹੀ ਜੋੜ ਕੇ ਜੇ ਆਪਾਂ ਕਰਨੀ ਹੋਵੇ ਕਿ ਇਹਨਾਂ ਦੇ ਗੱਠਜੋੜ ਬਣਨਗੇ ਕਿਵੇਂ। ਅੱਜ ਇਹ ਤਾਜ਼ੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਵਿਰੋਧੀ ਧਿਰਾਂ ਦੀ ਏਕਤਾ ਹੋਣੀ ਚਾਹੀਦੀ ਹੈ। ਈਵਨ ਦਿੱਲੀ ਦੇ ਵਿੱਚ ਫਾਰਮੂਲਾ ਲੱਭਿਆ ਜਾ ਰਿਹਾ ਹੈ ਕਿ ਦਿੱਲੀ 'ਚ ਕਾਂਗਰਸ ਪਾਰਟੀ ਨਾਲ ਕਿੱਦਾਂ ਤਾਲਮੇਲ ਹੋਵੇ। ਤਾਜ਼ਾ ਖਬਰ ਆ ਰਹੀ ਸੀ ਕਿ 7 ਸੀਟਾਂ ਲੋਕ ਸਭਾ ਦੀਆਂ ਹੈਗੀਆਂ ਦਿੱਲੀ 'ਚ, ਤੇ ਆਪ ਖੁਦ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਆਫਰ ਕੀਤਾ ਕਿ 2 ਸੀਟਾਂ ਲੈ ਲਓ, 5 ਸਾਨੂੰ ਦੇ ਦਿਓ। ਪਰ ਕਾਂਗਰਸ ਇਸ ਗੱਲ ਤੇ ਅੜੀ ਹੋਈ ਹੈ ਕਿ ਸਾਨੂੰ 3 ਸੀਟਾਂ ਚਾਹੀਦੀਆਂ। ਉੱਤਰ ਪ੍ਰਦੇਸ਼ ਤੋਂ ਖਬਰ ਆ ਰਹੀ ਹੈ ਵੀ ਮਾਇਆਵਤੀ ਇਸ ਗੱਲ ਤੇ ਅੜੀ ਹੈ ਕਿ ਜੇ 40 ਸੀਟਾਂ ਮੈਨੂੰ ਦੋਗੇ ਤਾਂ ਇਹ ਸਮਝੌਤਾ ਹੋਊਗਾ। ਤੇ ਉਧਰ ਸਮਾਜਵਾਦੀ ਪਾਰਟੀ ਵੀ ਕਹੇਗੀ ਕਿ ਸਾਡੀਆਂ ਸੀਟਾਂ ਸਾਨੂੰ ਜ਼ਿਆਦਾ ਚਾਹੀਦੀਆਂ, ਜੇ 40 ਉਹ ਮੰਗਦੇ 40 ਉਹ ਲੈ ਕੇ, ਤੇ ਕਾਂਗਰਸ ਦੇ ਪੱਲੇ ਕੀ ਪਿਆ। ਹਾਲੇ ਰਾਸ਼ਟਰੀ ਲੋਕ ਦਲ ਵੀ ਆ, ਛੋਟੀਆਂ ਪਾਰਟੀਆਂ ਵੀ ਹੋਣਗੀਆਂ। ਸੋ ਮੈਨੂੰ ਲੱਗਦਾ ਫਾਰਮੂਲਾ ਬਣਾਉਣ ਲੱਗਿਆ ਜ਼ਿੱਦ ਵੀ ਛੱਡਣੀ ਪਏਗੀ। ਜ਼ਿੱਦ ਛੱਡਣ ਤੋਂ ਬਾਅਦ ਹੀ ਕੋਈ ਸਾਂਝਾ ਮੋਰਚਾ ਜਿਹੜਾ ਆ ਹਕੀਕੀ ਰੂਪ ਲੈ ਸਕਦਾ ਹੈ। ਸਾਂਝੇ ਮੋਰਚੇ ਦੀਆਂ ਸਰਕਾਰਾਂ ਅਕਸਰ ਭਾਰਤ ਦੇ ਵਿੱਚ ਜਿਹੜੀਆਂ ਰਹੀਆਂ ਉਹ 2-2.5 ਸਾਲ ਤੱਕ ਹੀ ਚੱਲਦੀਆਂ ਰਹੀਆਂ। ਫਿਰ ਤੋਂ ਇਲੈਕਸ਼ਨ ਜਿਹੜੀ ਆ ਭਾਰਤੀ ਆਵਾਮ ਦੇ ਸਿਰ ਤੇ ਫਿਰ ਠੋਸ ਦਿੱਤੀ ਜਾਂਦੀ ਹੈ। ਕਿ ਉੱਦਾਂ ਦੀ ਹੀ ਕਹਾਣੀ ਫਿਰ ਤੋਂ ਦੁਹਰਾਈ ਜਾਏਗੀ, ਇਹ ਵੀ ਕੁਝ ਨਹੀਂ ਕਿਹਾ ਜਾ ਸਕਦਾ। ਸੋ ਕੀ ਰਾਜਨੀਤਿਕ ਭਵਿੱਖ ਹੋਏਗਾ ਰਾਹੁਲ ਗਾਂਧੀ ਦਾ, ਕੀ ਰਾਜਨੀਤਿਕ ਭਵਿੱਖ ਹੋਏਗਾ ਅਖਿਲੇਸ਼ ਯਾਦਵ ਦਾ, ਮਾਇਆਵਤੀ ਦਾ, ਮਮਤਾ ਬੈਨਰਜੀ ਦਾ, ਜਾਂ ਦੇਵਗੌੜਾ ਪਰਿਵਾਰ ਦਾ, ਚੰਦਰਬਾਬੂ ਨਾਇਡੂ ਦਾ, ਇਹ ਸਾਰੀਆਂ ਚੀਜ਼ਾਂ ਮੁਨੱਸਰ ਕਰਦੀਆਂ ਕਿ ਕਿਸ ਕਿਸਮ ਦਾ ਕਾਮਨ ਮਿਨੀਮਮ ਪ੍ਰੋਗਰਾਮ ਬਣਦਾ ਤੇ ਗੱਠਜੋੜ ਵਾਸਤੇ ਕੌਣ ਸਭ ਤੋਂ ਜ਼ਿਆਦਾ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਰਹੇਗਾ। ਇਹ ਗੱਲਾਂ ਹੋਣਗੀਆਂ ਤਾਂ ਹੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦਾ ਤੇ ਉਹਨਾਂ ਦੀ ਮੈਨੇਜਮੈਂਟ ਦਾ ਤੇ ਮੋਦੀ ਵੇਵ, ਸੋ ਕਾਰਡ ਮੋਦੀ ਵੇਵ, ਉਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਭਾਰਤ ਦੇ ਵਿੱਚ ਹਰ ਖੇਤਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਜਿਵੇਂ ਮਹਿੰਗਾਈ ਲਗਾਤਾਰ ਵਧੀ ਹੈ, ਜਿਵੇਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ, ਆਵਾਜਾਈ ਦੇ ਸਾਧਨਾਂ ਦੇ ਜਿਹੜੇ ਕਿਰਾਏ ਆ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਵੱਧ ਰਹੇ ਆ, ਰੁਜ਼ਗਾਰ ਬਿਲਕੁਲ ਨਹੀਂ ਹੈ। ਅਸੀਂ ਪਿਛਲੇ ਪ੍ਰੋਗਰਾਮ ਦੱਸਿਆ ਸੀ ਵੀ ਕਿਹਨਾਂ ਥਾਵਾਂ ਦੇ ਉੱਤੇ ਨਰਿੰਦਰ ਮੋਦੀ ਦੀ ਸਰਕਾਰ 4 ਸਾਲਾਂ 'ਚ ਫੇਲ ਹੋਈ ਹੈ। 2 ਕਰੋੜ ਰੁਜ਼ਗਾਰ ਦੇਣ ਦੀ ਗੱਲ ਹੋਈ ਸੀ, 2 ਲੱਖ ਰੁਜ਼ਗਾਰ ਵੀ ਪੈਦਾ ਨਹੀਂ ਕਰ ਸਕੀ ਇਹ ਸਰਕਾਰ। ਸੋ ਇਹ ਅਸੰਤੋਸ਼ ਜਿਹੜਾ ਆ, ਲੋਕਾਂ 'ਚ ਜਿਹੜਾ ਗੁੱਸਾ ਆ, ਉਹਨੂੰ ਕੌਣ ਚੈਨਲਾਈਜ਼ ਕਰ ਜਾਂਦਾ ਆਪਣੇ ਹੱਕ ਦੇ ਵਿੱਚ, ਇਹ ਦੇਖਣ ਵਾਲੀ ਗੱਲ ਰਹੇਗੀ। ਸਾਂਝੀ ਸੱਥ ਦੇ ਅਖੀਰ ਵਿੱਚ ਅਸੀਂ ਤੁਹਾਨੂੰ ਇੱਕ ਰਿਪੋਰਟ ਸਾਂਝੀ ਕਰਨੀ ਹੈ। ਜਿਵੇਂ ਅਸੀਂ ਸ਼ੁਰੂ 'ਚ ਦੱਸਿਆ ਸੀ, ਰਿਪੋਰਟ ਹੈ ਕਿ ਕਿਵੇਂ ਭਾਰਤ ਦੇ ਵਿੱਚ ਖੁੰਭਾਂ ਵਾਂਗ
ਸਿਆਸੀ ਪਾਰਟੀਆਂ ਜਨਮ ਲੈਂਦੀਆਂ ਜਿਨ੍ਹਾਂ ਦਾ ਕੁਝ ਪਤਾ ਵੀ ਨਹੀਂ ਹੁੰਦਾ ਤੇ ਉਹਨਾਂ ਦਾ ਮਕਸਦ ਸਿਰਫ ਇਹ ਹੁੰਦਾ ਹੈ। ਬਹੁਤੀਆਂ ਸਿਆਸੀ ਪਾਰਟੀ ਜਿਹੜੀ ਚੋਣਾਂ 'ਚ ਵੀ ਨਹੀਂ ਆਉਂਦੀਆਂ ਤੇ ਚੋਣ ਕਮਿਸ਼ਨ ਦੇ ਕੋਲ ਇੱਕ ਵਾਰ ਦਰਜ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਚੋਣਾਂ ਲੜਦੀਆਂ ਨਹੀਂ, ਪਤਾ ਨਹੀਂ ਲੱਗਦਾ ਤੇ ਉਹਨਾਂ ਦਾ ਮਕਸਦ ਸਿਰਫ ਇੱਕ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹਨਾਂ ਦੇ ਕੋਲ ਬਲੈਕ ਮਨੀ ਹੈ ਉਹਨੂੰ ਵਾਈਟ ਕਰ ਦਿਆ ਜਾਏ। ਸਾਡੇ ਕੋਲ ਇੱਕ ਰਿਪੋਰਟ ਆਈ ਹੈ, ਰਿਪੋਰਟ ਦੇ ਖੁਦ ਜਿਹੜੀ ਹੈ ਚੋਣ ਕਮਿਸ਼ਨ ਵੱਲੋਂ ਆਈ ਹੈ, ਪਿਛਲੇ ਇੱਕ ਦਹਾਕੇ ਤੋਂ ਭਾਰਤ ਦੇ ਵਿੱਚ ਖੁੰਭਾਂ ਵਾਂਗ ਜਿਹੜੀਆਂ ਸਿਆਸੀ ਪਾਰਟੀਆਂ ਪੈਦਾ ਹੋ ਰਹੀਆਂ ਤੇ ਇਹਦੇ ਪਿੱਛੇ ਖੇਡ ਕਾਲੇ ਧਨ ਨੂੰ ਚਿੱਟਾ ਕਰਨ ਦੀ ਹੈ। ਚੋਣ ਕਮਿਸ਼ਨ ਦੇ ਅੰਕੜੇ ਹੈ, ਅਸੀਂ ਆਪ ਨਹੀਂ ਕਿਤੋਂ ਲੈ ਕੇ ਆਏ, ਚੋਣ ਕਮਿਸ਼ਨ ਦੇ ਭਾਰਤੀ ਚੋਣ ਕਮਿਸ਼ਨ ਦੇ ਅੰਕੜੇ ਹੈ ਵੀ ਹਰ ਸਾਲ ਔਸਤਨ ਭਾਰਤ ਦੇ ਵਿੱਚ 9 ਨਵੀਆਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸ ਵੇਲੇ ਸਾਡੇ ਭਾਰਤ ਦੇ ਵਿੱਚ 2100 ਤੋਂ ਜ਼ਿਆਦਾ ਪਾਰਟੀਆਂ ਹੈ। ਇਹਦੇ ਚੋਂ 2000 ਪਾਰਟੀਆਂ ਇਦਾਂ ਦੀਆਂ ਜਿਨ੍ਹਾਂ ਨੂੰ ਮਾਨਤਾ ਹੀ ਹੈ ਨਹੀਂ ਕੋਈ, ਜਦ ਕਿ 75% ਪਾਰਟੀਆਂ ਨੇ ਅੱਜ ਤੱਕ ਚੋਣ ਹੀ ਨਹੀਂ ਲੜੀ। 55% ਪਾਰਟੀਆਂ ਪਿਛਲੇ 10 ਸਾਲਾਂ 'ਚ ਰਜਿਸਟਰਡ ਹੋਈਆਂ। ਹੁਣ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪਾਰਟੀਆਂ ਨੇ ਜਿਹੜੀਆਂ ਅਰਜ਼ੀਆਂ ਲਾਈਆਂ ਹੋਈਆਂ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਦੇ ਕੋਲ 400 ਪਾਰਟੀਆਂ ਜਿਨ੍ਹਾਂ ਦੀਆਂ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਲੱਗੀਆਂ ਹੋਈਆਂ। ਕੋਈ 2000 ਗੈਰ ਮਾਨਤਾ ਪ੍ਰਾਪਤ ਜਿਹੜੀਆਂ ਪਾਰਟੀਆਂ ਇਦਾਂ ਦੀਆਂ ਜਿਨ੍ਹਾਂ ਦੇ ਚੰਦੇ ਦਾ ਯਾਨੀ ਫੰਡ ਦਾ ਲੇਖਾ ਜੋਖਾ ਨਾ ਤਾਂ ਚੋਣ ਕਮਿਸ਼ਨ ਦੇ ਕੋਲ ਹੈ ਨਾ ਇਨਕਮ ਟੈਕਸ ਮਹਿਕਮੇ ਦੇ ਕੋਲ ਹੈ। ਸਾਬਕਾ ਚੀਫ ਚੋਣ ਕਮਿਸ਼ਨਰ ਜਿਹੜੇ ਸਾਡੇ ਰਹੇ ਨਸੀਮ ਜ਼ੈਦੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਚੋਣ 'ਚ ਹਿੱਸਾ ਨਾ ਲੈਣ ਵਾਲੀਆਂ ਜਿਹੜੀਆਂ ਪਾਰਟੀਆਂ ਆ ਉਹ ਕਾਲੇ ਧਨ ਨੂੰ ਚਿੱਟਾ ਕਰਨ ਦਾ ਜ਼ਰੀਆ ਬਣ ਗਈਆਂ। ਇੱਕ ਨਿਯਮ ਹੈ, ਨਿਯਮ ਦੇ ਤਹਿਤ ਇਹਨਾਂ ਪਾਰਟੀਆਂ ਨੂੰ ਚੰਦੇ 'ਚ ਛੋਟ ਮਿਲਦੀ ਹੈ। ਹਰ ਸਾਲ ਚੰਦੇ ਦਾ ਬਿਊਰਾ ਚੋਣ ਕਮਿਸ਼ਨ ਨੂੰ ਤੇ ਇਨਕਮ ਟੈਕਸ ਮਹਿਕਮੇ ਨੂੰ ਦਿੰਦੇ ਆ। ਜਿਹੜੀਆਂ ਪਾਰਟੀਆਂ ਨਹੀਂ ਦਿੰਦੀਆਂ ਆਪਣਾ ਬਿਊਰਾ ਤਾਂ ਉਹਨਾਂ ਨੂੰ ਚੋਣ ਕਮਿਸ਼ਨ ਡੀਲਿਸਟ ਵੀ ਕਰ ਸਕਦਾ ਹੈ, ਯਾਨੀ ਉਹਨਾਂ ਦੀ ਰਜਿਸਟ੍ਰੇਸ਼ਨ ਤਾਂ ਰੱਦ ਨਹੀਂ ਹੋਣੀ ਪਰ ਟੈਕਸ ਵਿੱਚ ਫਿਰ ਛੋਟ ਨਹੀਂ ਉਹਨਾਂ ਨੂੰ ਮਿਲੂਗੀ। ਇੱਕ ਅਨੁਮਾਨ ਇਹ ਹੈ ਵੀ 60% ਪਾਰਟੀਆਂ ਜਿਹੜੀਆਂ ਉਹ ਆਪਣੇ ਖਰਚੇ ਦਾ ਬਿਊਰਾ ਦਿੰਦੀਆਂ। ਇਹਦੇ ਵਿੱਚੋਂ ਸਿਰਫ 5 ਪਾਰਟੀਆਂ ਨੈਸ਼ਨਲ ਪਾਰਟੀਆਂ ਜਿਨ੍ਹਾਂ ਦੇ ਖਰਚੇ ਦੀ ਜਾਂਚ ਇਨਕਮ ਟੈਕਸ ਮਹਿਕਮਾ ਕਰਦਾ ਹੈ। ਚੋਣ ਕਮਿਸ਼ਨ ਤੇ ਇਨਕਮ ਟੈਕਸ ਮਹਿਕਮਾ ਜਾਂਚ ਉਦੋਂ ਹੀ ਕਰਦਾ ਹੈ ਜਦੋਂ ਕੋਈ ਸ਼ਿਕਾਇਤ ਕਰੇ। ਚੋਣ ਕਮਿਸ਼ਨ ਦੇ ਸੈਕਟਰੀ ਨੇ ਪ੍ਰਮੋਦ ਸ਼ਰਮਾ ਇਹ ਦੱਸਦੇ ਨੇ ਵੀ ਪਤਾ ਯਾਨੀ ਐਡਰੈਸ ਤੇ ਬਾਕੀ ਗਲਤ ਜਾਣਕਾਰੀਆਂ ਦੇਣ ਕਰਕੇ ਇਸ ਵਾਰ 225 ਪਾਰਟੀਆਂ ਨੂੰ ਡੀਲਿਸਟ ਕੀਤਾ ਗਿਆ। 2014 'ਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਜਿਸ ਨਰਿੰਦਰ ਮੋਦੀ ਜਿੱਤ ਕੇ ਆਏ, 2014 ਦੀਆਂ ਇਹਨਾਂ ਲੋਕ ਸਭਾ ਚੋਣਾਂ 'ਚ ਕੋਈ 464 ਪਾਰਟੀਆਂ ਨੇ ਹਿੱਸਾ ਲਿਆ ਸੀ, ਜਿਹਦੇ ਵਿੱਚੋਂ 419 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਸੀਗੀਆਂ। ਜਦੋਂ ਤੋਂ ਨਰਿੰਦਰ ਮੋਦੀ ਆਏ ਆ 4 ਸਾਲਾਂ 'ਚ 412 ਨਵੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਰਜਿਸਟਰਡ ਹੋ ਗਈਆਂ, ਜਦਕਿ ਇੱਕ ਦਹਾਕੇ 'ਚ ਯਾਨੀ 10 ਸਾਲਾਂ 'ਚ 1023 ਨਵੀਂ ਪਾਰਟੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਹਦੇ ਚੋਂ ਸਿਰਫ 20 ਤੋਂ 25% ਨੇ ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣ ਲੜੀ ਹੈ। ਪਾਰਟੀ ਕੋਈ ਵੀ ਜਿਹੜੀ ਰਜਿਸਟਰਡ ਹੋ ਜਾਂਦੀ ਹੈ ਜੇ ਆਪਣੀ ਸਟੇਟ ਦੇ ਵਿੱਚ 4% ਵੋਟਾਂ ਲੈ ਜਾਂਦੀ ਹੈ ਤਾਂ ਉਹਨੂੰ ਸਟੇਟ ਪਾਰਟੀ ਦਾ ਦਰਜਾ ਮਿਲਦਾ ਹੈ। ਜੇ 4 ਸਟੇਟਾਂ ਦੇ ਵਿੱਚ 6% ਵੋਟਾਂ ਮਿਲ ਜਾਣ ਤਾਂ ਉਹ ਨੈਸ਼ਨਲ ਪਾਰਟੀ ਦਾ ਦਰਜਾ ਉਹਨੂੰ ਮਿਲ ਜਾਂਦਾ ਹੈ। ਅੱਛਾ, ਇਹ ਬਲੈਕ ਮਨੀ ਨੂੰ ਵਾਈਟ ਕਿੱਦਾਂ ਕਰਦੇ ਆ, ਯਾਨੀ ਚਿੱਟੇ ਕਾਲੇ ਧਨ ਨੂੰ ਚਿੱਟਾ ਕਿੱਦਾਂ ਕਰਦੇ ਆ ਇਹ ਸਿਆਸੀ ਪਾਰਟੀਆਂ ਵਾਲੇ? ਇਹਦੀਆਂ 3-4 ਜਿਹੜੀਆਂ ਮਿਸਾਲਾਂ ਸਾਡੇ ਕੋਲ ਆਈਆਂ। ਕਾਨਪੁਰ 'ਚ ਇੱਕ ਅਖਲ ਭਾਰਤੀ ਨਾਗਰਿਕ ਸੇਵਾ ਸੰਘ ਹੈ, ਇਹਨੇ 8 ਲੱਖ ਰੁਪਏ ਦਾ ਚੰਦਾ ਇਕੱਠਾ ਕੀਤਾ। ਇਹਨਾਂ ਦੇ ਆਪਣੇ ਬੈਂਕ ਬੈਲੈਂਸ 18 ਲੱਖ ਰੁਪਏ ਸੀ। ਇਸ ਪਾਰਟੀ ਨੇ ਕਦੇ ਵੀ ਕਿਸੇ ਚੋਣ 'ਚ ਹਿੱਸਾ ਨਹੀਂ ਲਿਆ। ਜਾਂਚ ਜਦੋਂ ਹੋਈ ਤਾਂ ਪਤਾ ਲੱਗਾ ਵੀ ਇਹਨੇ ਕਈ ਸਾਲਾਂ ਤੋਂ ਆਡਿਟ ਰਿਪੋਰਟ ਵੀ ਜਮ੍ਹਾਂ ਨਹੀਂ ਕੀਤੀ। ਫਰੀਦਾਬਾਦ ਦੀ ਇੱਕ ਕੌਮੀ ਵਿਕਾਸ ਪਾਰਟੀ ਹੈ, ਰਾਸ਼ਟਰੀ ਵਿਕਾਸ ਪਾਰਟੀ, ਉਹਨੇ 40 ਲੱਖ ਰੁਪਏ ਦਾ ਚੰਦਾ ਲਾਉਂਦਿਆ ਸੀ, ਪਰ ਜਦੋਂ ਉਹਦੀ CBDT ਜਾਂਚ ਹੋਈ ਪਤਾ ਲੱਗਾ ਬੈਂਕ ਖਾਤੇ ਤੋਂ 2 ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਹੋਇਆ। ਪਾਰਟੀ ਉੱਪਰ ਬਾਅਦ 'ਚ IT ਐਕਟ ਦੇ ਤਹਿਤ ਜਿਹੜਾ ਉਹਨੂੰ ਜੁਰਮਾਨਾ ਲਾਇਆ ਗਿਆ। ਦਿੱਲੀ ਦੀ ਪਰਮਾਰਥ ਪਾਰਟੀ ਨੇ 2 ਸਾਲਾਂ 'ਚ 1.5 ਕਰੋੜ ਦਾ ਚੰਦਾ ਦਿਖਾਇਆ। ਜਾਂਚ ਹੋਈ, ਪਤਾ ਲੱਗਾ ਚੰਦਾ ਲੈਣ ਦਾ ਤਰੀਕਾ ਤੇ ਬੈਂਕ ਬੈਲੈਂਸ ਠੀਕ ਸੀ, ਪਰ ਖਰਚ ਕਰਨ ਦਾ ਤਰੀਕਾ ਗਲਤ ਸੀ। ਪਾਰਟੀ ਨੇ ਪੋਲੀਟੀਕਲ ਐਕਟੀਵਿਟੀ ਦੇ ਵਿੱਚ 1 ਰੁਪਈਆ ਵੀ ਖਰਚਿਆ ਨਹੀਂ। ਦਿੱਲੀ ਦੀ ਮਾਰਤ ਭਗਤ ਪਾਰਟੀ ਦੇ ਦਫ਼ਤਰ ਦੇ ਪਤੇ ਤੇ ਜਦੋਂ ਕੁਝ ਪੱਤਰਕਾਰ ਗਏ ਤਾਂ ਉੱਥੇ ਕਿਸੇ ਪਾਰਟੀ ਦਾ ਦਫ਼ਤਰ ਹੀ ਨਹੀਂ ਮਿਲਿਆ। ਉੱਥੇ ਕਰਿਆਨੇ ਦੀ ਦੁਕਾਨ ਚੱਲਦੀ ਸੀ। ਕਰਿਆਨੇ ਦੀ ਦੁਕਾਨ ਜਿਹੜਾ ਚਲਾ ਰਿਹਾ ਸੀ ਬੈਠਾ ਬੰਦਾ ਅਮਿਤ ਨਾਂ ਦਾ, ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਜੀ ਪਹਿਲਾਂ ਇੱਥੇ ਪਾਰਟੀ ਦਾ ਦਫ਼ਤਰ ਹੁੰਦਾ ਸੀ ਪਰ ਹੁਣ ਤਾਂ ਆਹ ਦੁਕਾਨ ਹੈ ਜੀ ਕਰਿਆਨੇ ਦੀ। ਤੇ ਇਸ ਪਾਰਟੀ ਦੇ ਅਹੁਦੇਦਾਰ ਰਹੇ ਸੰਦੀਪ ਜਿੰਦਲ ਕਹਿੰਦੇ ਆ ਵੀ ਸਾਡੇ ਕੋਲ ਜਿਹੜੇ ਪੇਪਰ ਸੀ ਅਸੀਂ ਤਾਂ ਚੋਣ ਕਮਿਸ਼ਨ ਜਮ੍ਹਾਂ ਕਰਾਤੇ ਸੀ, ਇਸ ਤੋਂ ਬਾਅਦ ਮੈਨੂੰ ਕੋਈ ਜਾਣਕਾਰੀ ਨਹੀਂ। ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ਦੇ ਬਾਨੀ ਮੈਂਬਰ ਹੈਗੇ ਆ ਜਗਦੀਪ ਛੋਕਰ। ਉਹ ਇਹ ਦੱਸਦੇ ਆ ਕਿ ਚੋਣ ਕਮਿਸ਼ਨ ਤੇ ਇਨਕਮ ਟੈਕਸ ਮਹਿਕਮੇ ਦੇ ਕੋਲ ਇਹਨਾਂ ਪਾਰਟੀਆਂ ਦੇ ਚੰਦੇ ਦੀ ਜਾਂਚ ਕਰਨ ਵਾਸਤੇ ਲੋੜੀਂਦੇ ਸਰੋਤ ਹੀ ਹੈ ਨਹੀਂ।
तमाम पार्टियां चंदे का खर्चा दूसरिया मदां च करदियां। इस तरह ये पार्टियां ब्लैक तो वाइट मनी करन दा जरिया बन गई। CSDS के डायरैक्टर है संजय कुमार, वो भी दस रहे हैं भी चोणां च हिस्सा लेना ना लेना ठीक है, पार्टियां का अपना हक है, पर यह गल सही है कि अनरैकगनाइज्ड पार्टियां ब्लैक नूं वाइट मनी करन दा पूरी तरह जरिया बन चुकी हैं, क्योंकि ये पार्टियां चोणां च तां आउंदियां नहीं, इस करके इन्हां ते सरकारी एजेंसियां का भी कोई ध्यान नहीं जाता। सो ये खेड भारत दे विच खेडी जा रही है ते नरेंद्र मोदी होरां दी सरकार दे चलदियां जिहड़े कहंदे सी ना खाऊंगा ना खाण देना, ते उन्हां दी सरकार दे चलदियां ये सारा धंधा जिहड़ा है लगातार ਵਧਦਾ चलिया जा रहा है। ਇਹਦੇ ਨਾਲ ਹੀ ਅਸੀਂ ਅੱਜ ਦਾ ਸਾਂਝੀ ਸੱਥ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਅਗਲੇ ਹਫਤੇ ਸਾਂਝੀ ਸੱਥ ਵਿੱਚ ਇਸੇ ਦਿਨ ਇਸੇ ਵੇਲੇ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ।